लो असी अज भी मोर्चा लड़ रहे हैं, ठीक है जी। उत्थे भी असी मोर्चा लड़िया दिल्ली, इत्थे भी मोर्चा लड़ रहे हैं। तो साडी जिहड़ी ताकत हैगी है ना, वो लोग ने। हुण दो पार्टियां बिल्कुल साडे लोग समझ गए उन्होंने दोनों नूं, ठीक है जी। तीसरा आया फ्रंट, मैं कहना वो बिल्कुल भी वो उन्हां तो भी माड़े है। जिहड़े तीसरे आए है ना, मैनूं एक गल दसो, कहंदे असीं बदलाव लैके आवांगे। 70 तो 80 कैंडीडेट उन्हां दे कांग्रेस ते अकाली दल दे विचों आए ने। मैं आलोक जी एक गल नूं मैं बहुत चंगे तरीके नाल अंडरस्टैंड किया बाहर जाके कि जो साडा कंट्री हैगा उहदे तो बैटर किते भी कोई कंट्री नहीं है। पंजाब दी जो आम आदमी पार्टी दी यूनिट है ना, उन्हां दा अपना अकाउंट ही नहीं हैगा गा। पैसा पंजाब दा, फॉरन दे विच बैठे कंट्रियां दे विच पंजाबी लोग पैसा दिंदे आम आदमी पार्टी नूं, इत्थों पंजाब दे लोग फंड दिंदे आ। सारे दा सारा ये जिहड़े राघव चड्डा हो रही है इकट्ठा करके दिल्ली लै जांदे आ और फिर ये भीख मंगदे आ साडे पंजाब दे आगू उन्हां तो। चुनाव प्रचार के दौरान अलग अलग जो कैंडिडेट हैं उनसे हम बातचीत कर रहे हैं और फिलहाल जो संयुक्त समाज मोर्चा है किसानों का, उनसे कैंडिडेट हैं मेरे साथ सुखजीत सिंह बराड़, तलवंडी साबो से कैंडिडेट हैं, इनसे हम बातचीत करेंगे। सुखजीत जी, जनता के बीच में आप जा रहे हैं तो क्या मुद्दे आप लोग लेके जा रहे हैं किसानों की तरफ से? जो किसानों की वही मुद्दे हैं या फिर लगता है कि हल्के की कोई ऐसी चीज़ें हैं जो आप अलग से उठा रहे हैं, बाकी कैंडिडेट नहीं बता पा रहे हैं? देखो जो बेसिकली जो साडे पंजाब लैवल ते मुद्दे हैगे आ ना, वो तो सानू मोर्चे वालों इंस्ट्रक्शन जो आईयां ने, असी मैनीफेस्टो जो बनाया वही हैगे आ। बट जो स्पैशल साडे एरिए नू लैके हैगे आ वो थोड़े अलग तो हर एक हल्के वाइज हुंदे आ ना। जिमें कि इत्थों का साडा एक मुद्दा है, साडे रिफाइनरी है, एक रिफाइनरी बहुत बड़ा एक प्रोजैक्ट लग्या होया है, स्टील किंग मित्तल जी का हैगा वो, और हाफ तो ज़्यादा 51% ਉਹਦੇ ਵਿੱਚ गौरमेंट का हिस्सा हैगा। ਉਹਦੇ ਵਿੱਚ ਕੀ ਹੋ ਰਿਹਾ ਕਿ ਸਪੈਸ਼ਲੀ ਕਿ ਸਾਡੇ ਏਰੀਏ ਦੇ ਵਿੱਚੋਂ ਉਹਦੇ ਵਿੱਚ ਜਾ ਕੇ ਸਿਰਫ ਕੱਲੀ ਲੇਬਰ ਕਲਾਸ ਦੇ ਵਿੱਚ ਬੰਦਿਆਂ ਨੂੰ ਰੱਖਿਆ ਜਾਂਦਾ। ਤਾਂ ਸਾਡਾ ਕੀ ਹੈਗਾ ਕਿ ਇੱਥੇ ਅਸੀਂ ਚਾਹੁੰਦੇ ਹਾਂ ਕਿ ਸਕੂਲ ਸਕਿੱਲ ਦੇ ਲਈ ਰਿਫਾਈਨਰੀ ਵੱਲੋਂ ਇੱਕ ਸਕੂਲ ਖੋਲ੍ਹਿਆ ਜਾਵੇ ਜਿਹਦੇ ਵਿੱਚ ਸਾਡੇ ਬੱਚੇ ਹੈਗੇ ਕਿ ਸਕਿੱਲ ਉਹਨਾਂ ਦੀ ਉਹ ਪ੍ਰਾਪਤ ਕਰ ਸਕਣ, ਔਰ ਸਕਿੱਲ ਦੇ ITI टाइप आप ਜੈਸ ITI ਟਾਈਪ, ਔਰ ਸਕਿੱਲ ਦੇ ਬੇਸ ਤੇ ਸਾਡੇ ਬੱਚਿਆਂ ਨੂੰ ਉਹਦੇ 'ਚ ਜੌਬ ਮਿਲੇ। ਤਾਂ ਦੇਖੋ ਸਰਕਾਰੀ ਜੌਬ ਤਾਂ ਅੱਜ ਕੱਲ੍ਹ ਬਿਲਕੁਲ ਖਤਮ ਹੋ ਚੁੱਕੀਆਂ ਨੇ। ਤਾਂ ਇਸ ਲੈਵਲ ਦੇ ਮੁੱਦੇ ਇੱਕ ਸਾਡਾ ਜਿਹੜਾ ਰਿਫਾਈਨਰੀ ਵੱਲੋਂ 2% ਜੋ ਆਪਣੇ ਪ੍ਰੋਫਿਟ ਦੇ ਵਿੱਚੋਂ ਉਹਨਾਂ ਨੇ ਸਾਡੇ ਹਲਕੇ ਨੂੰ ਦੇਣਾਗਾ, ਉਹ ਸਪੈਸ਼ਲੀ ਸਾਡੇ ਜਿਹੜੇ ਇੱਥੋਂ ਦੇ ਪਹਿਲਾਂ ਲੀਡਰ ਆ ਉਹ ਸਾਰੇ ਕਰਪਟ ਨੇ, ਔਰ ਉੱਥੇ ਉਹਨਾਂ ਦੇ ਬਿਜ਼ਨਸ ਖੁੱਲ੍ਹੇ ਹੋਏ ਹੈਗੇ, ਉਹ ਚੰਗੇ ਤਰੀਕੇ ਦੇ ਨਾਲ ਡਿਲੀਵਰ ਨਹੀਂ ਹੋ ਰਿਹਾ ਸਾਡੇ ਹਲਕੇ ਨੂੰ। ਐਸੀਆਂ ਬਹੁਤ ਸਾਰੇ ਜੋ ਲੋਕਲ ਸਾਡੇ ਮੁੱਦੇ ਹੈਗੇ ਕਿ ਇੱਕ ਮੈਂ ਆਪਦੇ ਲੈਵਲ ਦੇ ਉੱਤੇ, ਆਪਣੇ ਲੈਵਲ ਦੇ ਉੱਤੇ ਸਾਡੇ ਹਲਕੇ ਦੇ ਵਿੱਚ ਮੈਂ ਇੱਕ ਖੇਤੀ ਮਾਡਲ ਲੈ ਕੇ ਆਉਣਾ ਚਾਹੁੰਦਾ ਨਵੇਂ ਤੌਰ ਤੇ। ਜਿਹੜਾ ਯੂਥ ਹੈਗਾ ਯੂਥ ਚਾਹੁੰਦਾ ਗਾ ਇਹਨਾਂ ਚੀਜ਼ਾਂ ਨੂੰ ਕਿ ਇੱਕ ਵਧੀਆ ਖੇਤੀ ਮਾਡਲ ਅਸੀਂ ਛੋਟੇ ਲੈਵਲ ਤੋਂ ਸ਼ੁਰੂ ਕਰਾਂਗੇ। ਉਹਨੂੰ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਪਿੰਡ ਦੇ ਵਿੱਚ ਚਾਹੇ 2-2 3-3 ਏਕੜ ਤੋਂ ਲੈ ਕੇ ਅਸੀਂ ਉਸ ਖੇਤੀ ਮਾਡਲ ਨੂੰ ਲੈ ਕੇ ਆਵਾਂਗੇ, ਤਾਂ ਕਿ ਸਾਡੇ ਬੱਚੇ ਵੀ ਇੱਥੇ ਬੈਠ ਕੇ ਉਸ ਮਾਡਲ ਨੂੰ ਅਪਣਾਉਣ, ਉਹਦੇ ਵਿੱਚ ਬਿਜਾਈ ਕਰਕੇ ਉਹ ਚੀਜ਼ਾਂ ਆਪਦੀਆਂ ਇੱਥੋਂ ਬਾਹਰਲੀ ਕੰਟਰੀਜ਼ ਤੱਕ ਉਹ ਭੇਜਣ। ਤਾਂ ਇਸ ਤਰੀਕੇ ਦੀਆਂ ਜਿਵੇਂ ਸਾਫ਼ ਪਾਣੀ ਹਲੇ ਤੱਕ ਵੀ ਸਾਡੇ ਪਿੰਡਾਂ ਦੀ ਪ੍ਰੋਬਲਮ ਹੈਗੀ ਆ, ਉਹਦੇ ਤੋਂ ਬਿਮਾਰੀਆਂ ਹੁੰਦੀਆਂ ਨੇ, ਕਿ ਸਾਰਿਆਂ ਨੂੰ ਸਾਫ਼ ਪਾਣੀ ਮਿਲੇ, ਪਾਣੀ ਦੀ ਕਦਰ ਕਰਨ ਸਾਰੇ ਲੋਕ। ਐਸੇ ਲੈਵਲ ਦੇ ਸਾਡੇ ਲੋਕਲ ਲੈਵਲ ਦੇ ਮੁੱਦੇ ਨੇ। ਔਰ ਜੋ ਸਾਡੇ ਇਕੱਠਿਆਂ ਦੇ ਮੁੱਦੇ ਹੈਗੇ ਉਹ ਜਿਵੇਂ ਕਿ ਹੈਲਥ ਨੂੰ ਲੈ ਕੇ, ਹੈਲਥ ਹੋ ਗਿਆ, ਐਜੂਕੇਸ਼ਨ ਹੋ ਗਿਆ, ਠੀਕ ਹੈ ਜੀ। ਪ੍ਰੋ ਪੰਜਾਬ ਹੀ ਹੈ ਸਾਡੇ ਸਾਰੇ ਮੁੱਦੇ ਹੈਗੇ ਜੋ ਪੰਜਾਬ ਦੇ ਨਾਲ ਐਰੇ ਗੈਰੇ ਘੁੰਮਦੇ ਹੈਗੇ। ਸਾਡੇ ਪਾਣੀਆਂ ਦਾ ਮਸਲਾ ਪੰਜਾਬ ਦਾ, ਠੀਕ ਹੈ ਜੀ। ਇਹਨਾਂ ਚੀਜ਼ਾਂ ਨੂੰ ਲੈ ਕੇ ਔਰ ਇੱਕ ਛੋਟੀ ਇੰਡਸਟਰੀ ਆ ਜਿਹੜੀ ਉਹਨੂੰ ਡਿਵੈਲਪ ਕੀਤਾ ਜਾਵੇ, ਬੇਰੁਜ਼ਗਾਰੀ ਨੂੰ ਘਟਾਇਆ ਜਾਵੇ, ਲੋਕਾਂ ਦੇ ਵਿੱਚ ਹਰ ਇੱਕ ਬੰਦੇ ਨੂੰ ਰੁਜ਼ਗਾਰ ਜਿਹੜਾ ਜਨਰੇਟ ਕੀਤੇ ਜਾਣ। ਐਸੀਆਂ ਮੌਕੇ ਜਿਹੜੇ ਅਸੀਂ ਬਣਾਈਏ, ਉਹ ਸਰਕਾਰ ਮਤਲਬ ਕਿ ਲੋਕਾਂ ਦੇ ਵਿੱਚ ਲੈ ਕੇ ਜਾਵੇ ਚੀਜ਼ਾਂ ਨੂੰ, ਤਾਂ ਕਿ ਲੋਕ ਜੌਬਸ ਕ੍ਰੀਏਟ ਕਰਨ। ਸੋ ਐਸੀਆਂ ਚੀਜ਼ਾਂ ਬਹੁਤ ਸਾਰੀਆਂ ਹੈਗੀਆਂ ਨੇ ਜਿਹੜੀਆਂ ਅੱਜ ਤੱਕ ਕਿਸੇ ਨੇ ਗੱਲਾਂ ਨਹੀਂ ਕੀਤੀਆਂ। ਅਸੀਂ ਚਾਹੁੰਦੇ ਹਾਂ ਕਿ ਉਹ ਨਵੀਆਂ ਗੱਲਾਂ ਨਵੇਂ ਰੂਪ ਦੇ ਵਿੱਚ ਜਿਹੜਾ ਮੋਰਚਾ ਉਹਨਾਂ ਨੂੰ ਅੱਗੇ ਲੈ ਕੇ ਆਊਗਾ। क्योंकि आपके पास एक अनुभव है, आप बाहर भी रहे, आप पंजाब की फितरत को भी अच्छी तरीके से जानते हैं, यहाँ की भौगोलिक परिस्थिति क्या है, यहाँ के हालात क्या हैं, विदेश में किस तरीके से चीज़ों को आगे बढ़ाया जाता है। आपको क्या लगता है कि वहाँ का अनुभव आपको इस चुनाव में काम आ रहा है? वहाँ पर जो चीज़ें आपने देखी वो लगता है कि जनता तक आप पहुँचा पा रहे हैं कि साहब वहाँ, क्योंकि पंजाब का बहुत सा ऐसा यूथ है जो यहाँ पर रोज़गार नहीं मिलता है तो बाहर जाता है, आपको लगता है कि उस पर कहीं ब्रेक लगेगा यदि आपकी जो सोच है उसके साथ लोग मिलते हैं? मैं आलोक जी एक गल नूं मैं बहुत चंगे तरीके नाल अंडरस्टैंड किया बाहर जाके कि जो साडा कंट्री हैगा ਉਹਦੇ ਤੋਂ ਬੈਟਰ ਕਿਤੇ ਵੀ ਕੋਈ ਕੰਟਰੀ ਨਹੀਂ ਹੈ। ਇੱਕ ਲੋਕਾਂ ਦੇ ਦਿਮਾਗ ਦੇ ਵਿੱਚ ਭੁਲੇਖਾ ਗਾ ਕਿ ਸ਼ਾਇਦ ਬਾਹਰ ਬਹੁਤ ਜ਼ਿਆਦਾ ਵਧੀਆ ਸਿਸਟਮ ਹੈਗਾ ਗਾ। ਐਸੀ ਕੋਈ ਗੱਲ ਨਹੀਂ ਹੈਗੀ ਕਿ ਬਾਹਰ ਦਾ ਜੋ ਸਿਸਟਮ ਹੈਗਾ ਗਾ ਉਹ ਬਿਲਕੁਲ ਹੀ ਗੁਲਾਮੀ ਹੈ।
ਮੈਂ ਇਹ ਗੱਲ ਆਪ ਉੱਥੇ ਜਾ ਕੇ ਅੰਡਰਸਟੈਂਡ ਕੀਤੀ ਹੈਗੀ ਕਿ ਬਾਹਰ ਜਸਟ ਕੱਲੀ ਜੈਸ ਹੈ, ਉੱਥੇ ਤੁਸੀਂ ਨੋ ਨਹੀਂ ਕਰ ਸਕਦੇ। ਜਿਵੇਂ ਆਪਣੇ ਫੋਨ ਆਪਾਂ ਜਦੋਂ ਆਈਫੋਨ ਚਲਾਉਣੇ ਹੈਗੇ ਤਾਂ ਉਹਦੇ 'ਚ ਐਗਰੀ ਦਾ ਬਟਨ ਆਉਂਦਾ ਨਾ, ਜੇ ਅਸੀਂ ਡਿਸਐਗਰੀ ਕਰੋਗੇ ਤਾਂ ਉਹ ਫੰਕਸ਼ਨ ਅੱਗੇ ਨਹੀਂ ਜਾਊਗਾ। ਤਾਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਉਹ ਇੱਥੋਂ ਤੱਕ ਲੋਕਾਂ ਨੂੰ ਉਹਨਾਂ ਨੇ ਇੱਕ ਸਿਸਟਮ ਦੇ ਵਿੱਚ ਪਾਇਆ ਹੋਇਆ, ਜਸਟ ਜੈਸ ਜੈਸ ਜੈਸ। ਤਾਂ ਬਟ ਸਾਡੇ ਇੱਥੋਂ ਦਾ ਸਿਸਟਮ ਬੜਾ ਬਹੁਤ ਵਧੀਆ ਹੈਗਾ। ਸਾਡੇ ਇੰਨੀਆਂ ਜ਼ਿਆਦਾ ਬਰਾਦਰੀਆਂ ਦੇ, ਇੰਨੇ ਜ਼ਿਆਦਾ ਧਰਮਾਂ ਦੇ ਲੋਕ ਇਹਦੇ ਵਿੱਚ ਦੇਸ਼ ਦੇ ਵਿੱਚ ਰਹਿੰਦੇ ਆ, ਔਰ ਭਾਈਚਾਰਕ ਇੱਕ ਸਾਂਝ ਹੈਗੀ ਆ। ਜੇ ਇਸ ਦੇਸ਼ ਨੂੰ ਅਸੀਂ ਵਧੀਆ ਬਣਾ ਲਈਏ, ਇਹਦੇ ਵਿੱਚ ਜਿਹੜਾ ਨੌਜਵਾਨ ਆ ਉਹਨਾਂ ਨੂੰ ਆਪਣਾ ਫਿਊਚਰ ਦੇਖਣ ਲੱਗੇ, ਉਹ ਅੰਡਰਸਟੈਂਡ ਕਰਨ ਇਹਨਾਂ ਚੀਜ਼ਾਂ ਨੂੰ, ਉਹ ਇੱਥੋਂ ਉਹਨਾਂ ਦੇ ਲਈ ਓਪਰਚੁਨਿਟੀਜ਼ ਹੋਣ, ਤਾਂ ਉਹ ਬਾਹਰ ਨਹੀਂ ਜਾਊਗਾ। ਬਾਹਰ ਬੰਦਾ ਉਦੋਂ ਜਾ ਰਿਹਾ ਜਦੋਂ ਇੱਥੋਂ ਬਿਲਕੁਲ ਉਹਦੇ ਹੱਥ ਖੜੇ ਹੋ ਜਾਂਦੇ ਆ, ਔਰ ਉਹ ਜਾਂ ਉਹ ਨਸ਼ੇ ਦੇ ਉੱਤੇ ਲੱਗ ਜਾਂਦਾ ਜਾਂ ਉਹਨੂੰ ਬਾਹਰ ਭੇਜਿਆ ਜਾਂਦਾ ਨਾ। ਇੱਥੇ ਜਿਹੜਾ ਚੰਗਾ ਇਨਸਾਨ ਆ ਉਹ ਨਹੀਂ ਪਾ ਰਿਹਾ। ਕਿਉਂ ਨਹੀਂ ਰਹਿ ਪਾ ਰਿਹਾ? ਉਹਦਾ ਕਾਰਨ ਇਹੀ ਹੈਗਾ ਕਿ ਸਾਡੇ ਦੇਸ਼ ਦਾ ਜਿਹੜਾ ਸਿਸਟਮ ਹੈ ਉਹ ਬਹੁਤ ਬੁਰੇ ਹੱਥਾਂ ਦੇ ਵਿੱਚ ਚਲਾ ਗਿਆ, ਗਲਤ ਹੱਥਾਂ ਦੇ ਵਿੱਚ ਚਲਾ ਗਿਆ। ਕਰਪਸ਼ਨ ਹੈ ਜਿਹੜੀ, ਦੇਖੋ ਪੈਸਾ ਇੱਕ ਪਾਸੇ ਇਕੱਠਾ ਹੋ ਰਿਹਾ, ਆਮ ਲੋਕ ਜਿਹੜੇ ਤੜਫ ਰਹੇ ਹੈਗੇ, ਨਸ਼ਾ ਘਰ ਘਰ ਵਿਕ ਰਿਹਾ ਹੈਗਾ, ਜੌਬਸ ਹੈ ਨਹੀਂ ਕਿਸੇ ਕੋਲੇ ਵੀ। ਤਾਂ ਬੰਦਾ ਜਿਹੜਾ ਵਿਹਲਾ ਬੰਦਾ ਉਹ ਕਰੂਗਾ ਕੀ? ਨਸ਼ਾ ਕਰੂਗਾ ਉਹ, ਕਿਉਂਕਿ ਲੋਕਾਂ ਦੇ ਵਿੱਚ એનર્ਜੀ ਹੈਗੀ ਹੈ, ਉਹ ਕੁਝ ਕਰਨਾ ਚਾਹੁੰਦੇ ਆ। ਤਾਂ ਜੇ ਅਸੀਂ ਉਹਨਾਂ ਲੋਕਾਂ ਨੂੰ ਅਸੀਂ ਕੰਮ ਦੇਵਾਂਗੇ, ਕਾਰੋਬਾਰ ਦੇਵਾਂਗੇ, ਲੋਕਾਂ ਦੇ ਲਈ ਓਪਰਚੁਨਿਟੀਜ਼ ਕ੍ਰੀਏਟ ਕਰਾਂਗੇ, ਤਾਂ ਬਾਹਰ ਨਹੀਂ ਜਾਣਗੇ। ਪਰ ਬਾਹਰ ਦੇ ਮਾਮਲੇ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੇ ਅਸੀਂ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਵਰਗੀਆਂ ਕੰਟਰੀਆਂ ਦੀ ਗੱਲ ਕਰੋਗੇ, ਉਹ ਸਾਡੇ ਤੋਂ ਬੈਟਰ ਨਹੀਂ ਹੈਗੇ। ਉੱਥੇ ਜਸਟ ਇੱਕ ਸਿਸਟਮ ਹੈ, ਉਹਦੇ ਵਿੱਚ ਬੰਦਾ ਰੁੱਝਾ ਰਹਿੰਦਾ ਸਾਰੀ ਉਮਰ, ਉਹਦੀ ਮਤਲਬ ਕਿ ਜਿਹੜਾ ਸਟ੍ਰੈਸ ਲੈਵਲ ਹੈ ਉਹ ਵੱਧ ਜਾਂਦਾ ਗਾ। ਠੀਕ ਹੈ, ਉੱਥੇ ਲਾਈਫ ਕੁਛ ਵੀ ਨਹੀਂ ਹੈਗੀ ਗੀ, ਸੋਸ਼ਲ ਲਾਈਫ ਤਾਂ ਬਿਲਕੁਲ ਖਤਮ ਹੈ। ਇੱਕ ਸਟ੍ਰੈਸ ਹੁੰਦਾ, ਬਸ ਬੰਦਾ ਇਕੱਲੇ ਪੈਸੇ ਦੇ ਪਿੱਛੇ ਉਹਦੇ ਬੇਸ ਤੇ ਖੜਾ ਰਹਿੰਦਾ, ਹੋਰ ਕੋਈ ਵੀ ਚੀਜ਼ ਮਸ਼ੀਨ ਬਣ ਜਾਂਦਾ ਗਾ। ਤਾਂ ਉਹ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਲੋਕਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ। ਜੋ ਇੱਥੇ ਹੈਗਾ ਗਾ, ਜੋ ਪ੍ਰਮਾਤਮਾ ਨੇ ਸਾਨੂੰ ਇੱਥੇ ਦਿੱਤਾ, ਆਬੋ ਹਵਾ, ਧਰਤੀ, ਪਾਣੀ, ਹੈ ਨਾ, ਜੋ ਸਾਡਾ ਇੱਥੇ ਕਲਚਰ ਹੈ, ਉਹਦੇ ਵਰਗਾ ਕਿਤੇ ਕੋਈ नहीं हैगा। तो मैं ये चीज़ां कहना भी असी इनू बैटर बनाइए। क्योंकि मैं अब आपको देख रहा था, आप खुद ही पर्चे लगा रहे हैं, चुनाव है। कैंडिडेट को मैंने देखा नहीं है कि वो अपने आप पर्चे लगाता है। कैंडिडेट को मैंने देखा है कि बड़ी बड़ी गाड़ियों में होते हैं, लंबे लंबे उनके पीछे लावा लश्कर होते हैं। तो आपका चुनाव प्रचार ऐसे में क्या लगता है कि आपको किस तरीके से मुकाबला कर पाएंगे? क्या रहता है, कैसे आप प्रचार करते हैं, कैसे क्या ढंग है? देखो वो बेसिकली असी मोर्चे के सिपाही रहे हैं, सानू मोर्चे ने बहुत कुछ सिखाया गा। असी 1 साल दिल्ली रहे हैं लोग जी, ट्रेनिंग हो गई है बस मोर्चे वालों। असी अज भी मोर्चा लड़ रहे हैं, ठीक है जी। उत्थे भी असी मोर्चा लड़िया दिल्ली, इत्थे भी मोर्चा लड़ रहे हैं। तो साडी जिहड़ी ताकत हैगी है ना, वो लोग ने। तो मेरा की फर्ज बनदा कि मैं उन्हां दे डायरैक्ट टच दे विच रवां। मैं उन्होंने अज नहीं, ये 20 दिन नहीं, मैं इस 20 दिन तो बाद भी लोगों को इस तरीके नाल मिलता रहूँगा। यही मेरी ताकत है, यही मैं उन्होंने तो अलग हाँ। मैनू जो भी कोई भी इंसान मिलता वो दिलों खुश हो जाता गा। हर एक नूं ये लगता कि साडे वर्गा गा। बिल्कुल मैं उन्होंने नाल दा, उन्होंने विचों हाँ। ये गल तुहाडी बिल्कुल सही आ। असीं उन्होंने टक्कर देवांगे, जितांगे। यह मोर्चा लोगों ने खड़ा किया गा, लोगों का ही यह मोर्चा गा, और लोग ही जिताउणगे। सब तो वड्डी पावर डेमोक्रेसी दे विच लोकतंत्र च लोक हुंदे है। बट लोक दूसरे लीडर्स नूं पता की लगदा कि शायद पैसे दे नाल साडे सारे मसले हल हो जाणगे, पर लोग बड़े सियाणे हो गए। ठीक है जी, अजकल पैसे दे नाल मसले नहीं हल हुंदे, हुण लोकां नूं काम चाहीदा। लोकां नूं बेसिकली वो लीडर चाहीदे आ जिहड़े उन्हां दे विच रहण। अज की हो गया, साडे पिछले 5 सालां दे विच किसे नूं भी पुछोगे कोई लीडर नहीं रहा इत्थे। वो की करदे हैगे, मतलब जस्ट सुर्खियां दे विच आउण दे लई 5 मिनट मीडिया सामने आउंदे आ, बाद दे विच गायब। ठीक है जी, पैसा इन्ना कि ज़्यादा इकट्ठा कर लिया उन्हां लोकां ने कि लोकां वल ध्यान ही नहीं सी उन्हां दा। बहुत ज़्यादा पैसा इकट्ठा कीता गा, लोकां वल किसी दा कोई ध्यान नहीं सी। हुण 2 पार्टियां बिल्कुल साडे लोग समझ गए उन्हां नूं दोनां नूं। ठीक है जी, तीसरा आया फ्रंट, मैं कहना वो बिल्कुल भी वो उन्हां तो भी माड़े है। जिहड़े तीसरे आए है ना, मैनूं एक गल दसो, कहंदे असीं बदलाव लैके आवांगे। 70 तो 80 कैंडीडेट उन्हां दे कांग्रेस ते अकाली दल दे विचों आए ने। उन्हां कोले ऐसा किहड़ा इंजैक्शन आ जिहड़ा उन्हां कोले बंदा चला जांदा ते क्रांतिकारी हो जांदा, ते जदों दूसरी पार्टी दे विच हुंदा वो करप्ट हुंदा हैगा। तां वो बंदे आ जिहड़े उन्हां जिन्ने उन्हां दे बंदे जित्ते सी, साडे मालवे बेल्ट दे विच उन्हां दे 20 लोग जित्ते सीगे। सारे दे सारे जिन्ने क तां चंगे सी वो तां छड्ड के चले गए इन्हां नूं। ठीक है, साथ छोड़ गए इनका। दूसरे जो रह गए वो करप्शन दे विच ने फुल। उन्होंने साडे इत्थे बीबा जी है, वो मेरे पिंड तो ने, उन्होंने इन्नी कि करप्शन की है ना, इत्थे कल्ला कल्ला बच्चा जानदा। मैनूं एक गल दसो, केजरीवाल साहब नूं ये चीज़ का नहीं पता गा उन्होंने कि इत्थे की हो रहा गा। तो जे पता हैगा
ਫਿਰ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ, ਫਿਰ ਉਹਨੂੰ ਸੀਟ ਕਿਸ ਬਿਹਾਫ ਤੇ ਦਿੱਤੀ ਹੈ ਵੀ ਕਰਪਸ਼ਨ ਦੇ ਬੇਸ ਤੇ ਸੀਟ ਮਿਲ ਰਹੀ ਹੈ ਉਹਨਾਂ ਨੂੰ। ਤਾਂ ਮੈਂ ਕਹਿਣਾਗਾ ਕਿ ਇਹਨਾਂ ਸਾਰਿਆਂ ਤੋਂ ਬਚਣ ਦੀ ਲੋੜ ਹੈਗੀ। ਇਹ ਕੋਈ ਸਾਡੇ ਇੱਥੇ ਨਵਾਂ ਨਹੀਂ ਕਰਨਗੇ, ਇਹ ਪੁਰਾਣੇ ਤਰੀਕੇ ਤੋਂ ਇੱਕ ਹਾਈ ਲੈਵਲ ਦੀ ਕਰਪਸ਼ਨ ਕਰਨੀ ਜਾਣਦੇ ਹੈਗੇ। ਇਹਨਾਂ ਕੋਲੇ ਟੈਕਨੀਕਸ ਨਵੀਆਂ ਨੇ ਔਰ ਇਹ ਮੈਂ ਗਰੰਟੀ ਨਾਲ ਕਹਿਣਾ ਕਿ ਜੋ ਇਹਨਾਂ ਦੀ ਕਾਰਜਸ਼ੈਲੀ ਹੈਗੀ ਹੈ ਨਾ ਉਹ ਭਾਜਪਾ ਦੇ ਨਾਲ ਰਲਦੀ ਹੈਗੀ। ਮੇਰੀ ਗੱਲ ਸੁਣੋ ਵੀਰੇ, ਆਲੋਕ ਵੀਰੇ, ਇਹ ਪੰਜਾਬ ਹੈ। ਇਹਨਾਂ ਨੇ ਜਿੱਥੇ ਵੀ ਅਸੀਂ ਅੰਦੋਲਨ ਲੜਿਆ ਕਿਸੇ ਨੂੰ ਹਰਟ ਕੀਤਾ ਸੀ? ਨਹੀਂ ਕੀਤਾ ਨਾ। ਸਭ ਨੂੰ ਪਿਆਰ ਦਿੱਤਾ। ਅਸੀਂ ਦਿੱਲੀ ਦੇ ਵਿੱਚ ਗਏ, ਕੱਲੇ ਬੰਦੇ ਨੂੰ, ਇਹ ਵੀਰ ਮੇਰਾ ਉੱਥੋਂ ਯੂਪੀ ਤੋਂ ਆਇਆ, ਸਭ ਨੂੰ ਪਿਆਰ ਦਿੱਤਾ ਪੰਜਾਬੀਆਂ ਨੇ, ਲੰਗਰ ਛਕਾਇਆ। ਅੱਜ ਲੋਕ ਉੱਥੇ ਯਾਦ ਕਰਦੇ ਆ ਨਾ ਪੰਜਾਬੀਆਂ ਨੂੰ। ਦਿੱਲੀ ਦੇ ਵਿੱਚ ਦੰਗੇ ਵੀ ਹੁੰਦੇ ਆ, ਲੋਕ ਮਿਨੋਰਟੀਜ਼ ਦਾ ਕਤਲ ਵੀ ਹੋ ਜਾਂਦਾ ਹੈ। ਉੱਥੇ ਇਹਨਾਂ ਨੇ, ਕੇਜਰੀਵਾਲ ਸਾਹਿਬ ਨੇ ਕੁਝ ਨਹੀਂ ਕੀਤਾ। ਇੱਥੇ ਪੰਜਾਬ ਦੇ ਵਿੱਚ ਮਾਹੌਲ ਕ੍ਰੀਏਟ ਕਰ ਰਿਹਾ ਡਰ ਦਾ, ਤਾਂ ਕਿ ਜੋ ਕੋਈ ਵੋਟ ਇਹ ਕੋਈ ਕੈਡਰ ਨੂੰ ਟਾਰਗੇਟ ਕਰਦਾ ਕਿ ਸਾਡੇ ਵੱਲ ਆ ਜਾਣ। ਇੱਥੇ ਆ ਕੇ ਤਿਰੰਗਾ ਯਾਤਰਾ ਕੀਤੀ ਇਹਨਾਂ ਨੇ। ਮੈਂ ਸਾਡੇ ਸੂਝਵਾਨ ਵੋਟਰਾਂ ਨੂੰ ਪੁੱਛਦਾ, ਇੱਥੇ ਤਿਰੰਗਾ ਯਾਤਰਾ ਦੀ ਕੀ ਲੋੜ ਸੀਗੀ? ਜਿੰਨੇ ਲੋਕ ਸਾਡੇ ਬਾਰਡਰਸ ਤੇ ਖੜੇ ਹੈਗੇ, ਸਾਨੂੰ ਅਹਿਮੀਅਤ ਪਤਾ ਕੀ ਤਿਰੰਗੇ ਦੀ। ਤਿਰੰਗਾ ਜਿੰਨਾ ਸਾਡੇ ਲੋਕਾਂ ਦੇ ਸਰੀਰਾਂ ਦੇ ਉੱਤੇ ਲਿਪਟ ਕੇ ਆਇਆ ਨਾ, ਇੰਨਾ ਕਿਸੇ ਦੇ ਨਹੀਂ ਆਇਆਗਾ। ਅਸੀਂ ਮਾਨ कि जब किसान वहाँ पर बैठे थे तो आम आदमी पार्टी ने किसानों की मदद की, उनका अपना क्लेम है, तो क्या मदद की गई थी? उन्होंने वो पता क्या कहते थे कि ये लोग आए हैं हमारे जहाँ बीमारी फैलाएंगे। दूसरी बात, ये लोग आए हैं हमारे, उनका पोल्यूशन बड़ा ज़्यादा हो गया। ठीक है, उन्होंने कुछ नहीं किया। वाईफाई लगाने से हमारा कुछ नहीं, ना भी लगाते तो हमारा काम चल जाता। वो बड़ी बड़ी बातें ज़रूर करते हैं, लेकिन वो मॉडल उन्होंने दिल्ली में अप्लाई किया है, ये बात वो भूल जाते हैं। जो जिसका हम अपोज कर रहे थे ना, हम लोग जिसकी हम लड़ाई लड़ रहे थे, वो मॉडल उन्होंने दिल्ली में अप्लाई कर दिया, जबकि और हम मुख्यमंत्रियों ने उस मॉडल को अप्लाई नहीं किया अपने स्टेट में। ठीक है, तो वो सारा ढोंग करते हैं। उनको क्रेडिट लेना बड़ा अच्छी तरीके से आता है। जो उन्होंने सीखा है, IT के वो रहे हैं, उनको अच्छे तरीके से पता है कि किस तरीके से क्रेडिट लेना है इस चीज़ का। तो जो पंजाबी है ना, जो लोग विश्वास बहुत करते हैं, तो इन्होंने पार्टियां इस पार्टी के उत्ते एक बार विश्वास किया सी पिछली बार, बट हुण नहीं करनगे, क्योंकि उन्होंने जिस तरीके दे नाल साडा इंसान भगवंत मान जिस तरीके नाल उन्होंने जलील करके मुख्यमंत्री का फेस बनाया ना, मैं कहना जे कोई होर इंसान हुंदा ना, ਉਹਦੀ ਥਾਂ ਦੇ ਉੱਤੇ ਪਾਰਟੀ ਛੱਡ ਕੇ ਚਲਾ ਜਾਂਦਾ। ਕੀ ਪੰਜਾਬ ਦੇ ਪਾਣੀਆਂ ਦੇ ਉੱਤੇ ਕੇਜਰੀਵਾਲ ਦਾ ਸਟੈਂਡ ਹੈ ਜਾਂ ਭਗਵੰਤ ਮਾਨ ਦਾ ਸਟੈਂਡ ਹੈ? ਜੋ ਰਿਪੇਰੀਅਨ ਲਾਅ ਕਹਿੰਦਾ ਜਿੱਥੋਂ ਦੀ ਪਾਣੀ ਜਾਂਦਾ ਉਹਦਾ ਰਾਈਟ ਪਹਿਲਾਂ ਹੁੰਦਾ। ਇਹਨਾਂ ਨੇ ਅੱਜ ਤੱਕ ਕਲੀਅਰ ਨਹੀਂ ਕੀਤਾਗਾ। ਜੋ ਵੀ ਕੀਤਾ, ਦੇਖੋ ਕਿੰਨੀਆਂ ਸੀਟਾਂ ਇਹਨਾਂ ਨੇ ਵੇਚੀਆਂ, 4-4 5-5 ਕਰੋੜ ਰੁਪਏ ਦੇ ਲੈ ਕੇ ਇਹਨਾਂ ਨੇ ਸੀਟਾਂ ਵੇਚੀਆਂ ਨੇ। ਇਹ ਕਿੱਥੋਂ ਬਦਲਾਵ ਲੈ ਕੇ ਆਉਣਗੇ? ਜੋ ਚੰਗੇ ਲੋਕ ਸਾਡੇ ਇਸ ਪਾਰਟੀ ਦੇ ਵਿੱਚ ਬੈਠੇ ਆ, ਮੇਰੇ ਜਾਣਕਾਰ ਬੈਠੇ ਆ, ਕਿਸੇ ਦੀ ਬਾਤ ਨਹੀਂ ਪੁੱਛੀ ਗਈਗੀ। ਠੀਕ ਹੈ, ਜੋ 10-10 ਸਾਲ ਤੋਂ ਪਹਿਲਾਂ ਤੋਂ ਇਹਨਾਂ, ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਐਂਟਰ ਹੋਈ ਆ, ਉਦੋਂ ਤੋਂ ਜੋ ਇਹਨਾਂ ਦੇ ਨਾਲ ਲੋਕ ਲੱਗੇ ਹੋਏ ਨੇ। ਜੋ ਮੈਂ ਪੰਜਾਬ ਯੂਨੀਵਰਸਿਟੀ ਪੂਸੂ ਦਾ ਪ੍ਰੈਜ਼ੀਡੈਂਟ ਰਹਾਂਗਾ, ਉੱਥੋਂ ਜਿਹੜੇ ਸਾਡੇ ਪ੍ਰਧਾਨ ਰਹੇ ਆ ਨੇ ਮੇਰੇ ਤੋਂ ਸੀਨੀਅਰ, ਅੱਜ ਤੱਕ ਉਹਨਾਂ ਨੂੰ ਇਹਨਾਂ ਨੇ ਟਿਕਟ ਨਹੀਂ ਦਿੱਤੀ। ਜੋ ਇਮਾਨਦਾਰ, ਜੋ ਲਾਇਲ ਇਨਸਾਨ ਸੀ, ਉਹਨਾਂ ਨੂੰ ਕਿਸੇ ਦੀ ਬਾਤ ਨਹੀਂ ਪੁੱਛੀ ਇਹਨਾਂ ਨੇ। ਪੈਸੇ ਵਾਲੇ ਚੰਗੇ ਲੋਕਾਂ ਦੀ ਇਹਨਾਂ ਨੇ ਬਾਤ ਪੁੱਛੀ ਹੈਗੀ, ਔਰ ਪੈਸੇ ਵਾਲੇ ਸਿਸਟਮ ਦੇ। ਦੂਸਰੀ ਚੀਜ਼ ਦੇਖੋ, ਪੰਜਾਬ ਦੀ ਜਿਹੜੀ ਯੂਨਿਟ ਹੈਗੀ ਆ, ਪੰਜਾਬ ਦੀ ਜੋ ਆਮ ਆਦਮੀ ਪਾਰਟੀ ਦੀ ਯੂਨਿਟ ਹੈ ਨਾ, ਉਹਨਾਂ ਦਾ ਆਪਣਾ ਅਕਾਊਂਟ ਹੀ ਨਹੀਂ ਹੈਗਾ। ਪੈਸਾ ਪੰਜਾਬ ਦਾ, ਫੋਰਨ ਦੇ ਵਿੱਚ ਬੈਠੇ ਕੰਟਰੀਆਂ ਦੇ ਵਿੱਚ ਪੰਜਾਬੀ ਲੋਕ ਪੈਸਾ ਦਿੰਦੇ ਆ ਆਮ ਆਦਮੀ ਪਾਰਟੀ ਨੂੰ, ਇੱਥੋਂ ਪੰਜਾਬ ਦੇ ਲੋਕ ਫੰਡ ਦਿੰਦੇ ਆ। ਸਾਰੇ ਦਾ ਸਾਰਾ ਇਹ ਜਿਹੜੇ ਰਾਘਵ ਚੱਡਾ ਹੋ ਰਹੀ ਹੈ ਇਕੱਠਾ ਕਰਕੇ ਦਿੱਲੀ ਲੈ ਜਾਂਦੇ ਆ, ਔਰ ਫਿਰ ਇਹ ਭੀਖ ਮੰਗਦੇ ਆ ਸਾਡੇ ਪੰਜਾਬ ਦੇ ਆਗੂ ਉਹਨਾਂ ਤੋਂ। ਦੱਸੋ ਇਹ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਚਲਾਉਣਗੇ? ਜੇ ਅੱਜ ਪਾਰਟੀ ਦਾ ਇੱਥੇ ਅਕਾਊਂਟ ਨਹੀਂ ਹੈਗਾ, ਤਾਂ ਕੱਲ ਨੂੰ ਅਸੀਂ ਕਿਵੇਂ ਵਿਸ਼ਵਾਸ ਕਰ ਸਕਦੇ ਹਾਂ ਕਿ ਜਦੋਂ ਇੱਥੇ ਇਹਨਾਂ ਦੀ ਜੇ ਸਰਕਾਰ ਬਣਦੀ ਹੈ, ਵੈਸੇ ਬਣਦੀ ਨਹੀਂ, ਜੇ ਬਣਦੀ ਹੈ ਤਾਂ ਉਹ ਕਿਵੇਂ ਸ਼ੋਅ ਕਰਨਗੇ ਆਪਣੇ ਆਪ ਨੂੰ ਕਿ ਉਹ ਲਾਇਲ ਰਹਿਣਗੇ ਪੰਜਾਬ ਦੇ ਲਈ? ਜਿਵੇਂ ਅਕਾਲੀ ਦਲ ਤੇ ਕਾਂਗਰਸ ਨੇ ਲੁੱਟਿਆ, ਉਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਖਤਰਨਾਕ ਹੈ। इसी बात को, क्योंकि आपने तमाम बात की कि पैसा कहाँ से कैसे राजनीति में आता है, एक बड़ा सवाल हो जाता है, क्योंकि चुनाव में पैसा लगता है। ठीक है, आप कैसे चीज़ों को मैनेज कर रहे हैं? आपके पास भी, क्योंकि चुनाव आयोग भी पूछता है आप लोगों से फंड कहाँ से आप लोग कैसे कर रहे हैं मैनेज, तो हम आपसे वही सवाल पूछ रहे हैं कि किसान कैसे, क्या किसान के पास इतना सफिशिएंट फंड है कि आज के इस युग में, आप कह रहे हो कि इतनी बड़ी बड़ी पार्टियाँ, इतने बड़े बड़े फंड, उनके बीच में आप सर्वाइव कर पाएंगे, ये चुनाव ढंग से लड़ पाएंगे? लोग भाई देखो, जब हम लोग जब ट्रैक्टर लेके दिल्ली गए थे ना, हमारे पास पता क्या था? 2-2 बोरी अनाज की थी। करोड़ों अरबों रुपयों का हम लोगों ने आंदोलन लड़ा है वहाँ पर।
ठीक है। जो बंदा नीयत साफ करके चलता है ना, लोगों के लिए जो लड़ता है, तो लोग खुद अपने आप करते हैं सब कुछ, ठीक है। आज मैं इलेक्शन लड़ रहा हूँ ना, मेरे को टेंशन नहीं है इस बात की, जो लोग हैं ना वो खुद अपने आप सब कुछ कर रहे हैं, सब कुछ वो हर एक चीज़ अपने आप हो रही है। तो जे मैनू अपने लोगों से बड़ा माण है, ये बड़े सियाणे लोग ने, इन्होंने अंदोलन जिस तरीके दे नाल लड़िया, ठीक है। अंदोलन दे विच पंजाबियां ने पता किस तरीके नाल काम किया, अपनी रोटी दूसरिਆਂ ਨੂੰ ਦਿੱਤੀ। किन्ने गरीब लोग है, सानू बड़ा चंगा लग्या उन्हां दी मदद करके। असीं तां अपने कोलों दूसरिਆਂ ਨੂੰ देण जाणदे हां, ठीक है। असीं तां दूसरिਆਂ ਨੂੰ दिन्ने आ, उस तरीके दे नाल जिवें अंदोलन लड़िया, ये अंदोलन भी असीं उस तरीके नाल लड़ लांगे, ठीक है। पैसे की लोड़ नहीं हैगी सानू। जो आंदोलन है आप लोगों ने केंद्र सरकार के खिलाफ, बीजेपी की सरकार के खिलाफ लड़ा, वहाँ पर आप लोगों ने मोर्चा लगाया, यहाँ किसके खिलाफ मोर्चा है, क्या लगता है कौन टक्कर में? बेसिकली ਜਿਹੜਾ ਸਾਡਾ ਇੱਥੇ ਬੇਸਿਕਲੀ ਰਵਾਇਤੀ ਪਾਰਟੀਆਂ ਜੋ ਹੈਗੀਆਂ ਨਾ ਸਾਰੀਆਂ ਜੋ ਲੋਕ ਕਰਪਸ਼ਨ ਆ ਨਾ, ਕਰਪਟ ਲੋਕ ਆ, ਉਹਨਾਂ ਸਾਰਿਆਂ ਦੇ ਖਿਲਾਫ ਮੇਰੀ ਲੜਾਈ ਆ ਉਹ ਜਾਰੀ ਰਹੂਗੀ। ਇਹ ਫਾਈਟ ਹੈਗੀ ਹੈ ਜਿਹੜੀ ਮੇਰੀ, ਇਹ ਕਰਪਸ਼ਨ ਦੇ ਖਿਲਾਫ ਹੈਗੀ ਕਿਸੇ ਇੱਕ ਸਪੈਸੀਫਿਕ ਕਿਸੇ ਪਰਸਨ ਦੇ ਨਾਲ ਨਹੀਂ। ਜੋ ਮੇਰੇ ਇਲਾਕੇ ਦੇ ਵਿੱਚ ਕਿੰਨੀ ਬੇਰੁਜ਼ਗਾਰੀ ਹੈ, ਕਿੰਨਾ ਨਸ਼ਾ, ਕਿੰਨੀ ਸੋਸ਼ਲ ਸਿਕਿਉਰਿਟੀ ਹੈਗੀ ਹੈ, ਕਿਸੇ ਦੀ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ ਇੱਥੇ। ਅੱਜ ਜੇ ਕੋਈ ਥੋੜਾ ਬਹੁਤ ਬੰਦਾ ਪੈਸਾ ਕਮਾ ਕੇ ਉੱਪਰ ਨੂੰ ਜਾਂਦਾ ਤਾਂ ਬਿਲਕੁਲ ਵੀ ਸੇਫ ਨਹੀਂ ਹੈਗਾ ਉਹ। ਇਹ ਸਾਰੀਆਂ ਚੀਜ਼ਾਂ ਜੋ ਐਜੂਕੇਸ਼ਨ ਨੂੰ ਲੈ ਕੇ ਜਾਂ ਡਿਵੈਲਪਮੈਂਟ ਨੂੰ ਲੈ ਕੇ ਜਾਂ ਆਪਾਂ ਕਹਿ ਦਈਏ ਹੈਲਥ ਨੂੰ ਲੈ ਕੇ, ਹੈ ਨਾ, ਇਹ ਸਾਰੀਆਂ ਚੀਜ਼ਾਂ ਦੇ ਨਾਲ ਮੈਂ ਅੱਗੇ ਹੋ ਕੇ ਆਪਦੇ ਇਲਾਕੇ ਦੇ ਵਿੱਚ ਕੰਮ ਕਰੂੰਗਾ। ਔਰ ਜੋ ਇਸ ਇਲਾਕੇ ਦੇ ਵਿੱਚ ਇਸ ਤਰੀਕੇ ਦੀ ਕਰਪਸ਼ਨ ਕਰਦੇ ਆ, ਪੈਸਾ ਇਕੱਠਾ ਕਰ ਰਿਹਾ, ਉਹਨਾਂ ਸਾਰਿਆਂ ਦੇ ਖਿਲਾਫ ਮੇਰੀ ਲੜਾਈ ਰਹੂਗੀ। लोगों का क्या रिस्पॉन्स मिल रहा है? आप तमाम चीज़ें जनता के बीच में जाकर जब कहते हैं, आप बात करते हैं इस तरीके से, आप लोगों के बीच में जाकर इन बातों की चर्चा करते हैं, तो क्या रिस्पॉन्स है पब्लिक का? लोग यही गल कहते हैं लोग जी कि तुसी ये चीज़ नूं लेट क्यों किया। असी चाहुंदे आ कहंदे भी तुसी अगे आओ, तुसी एडा वड्डा मोर्चा लड़िया, उस मोर्चे दे विच अज जो ये लोग घूम रहे गड्डियां लैके, ये सारे साडे खिलाफ चले है, उस मोर्चे दे नाल नहीं चले। ये अज लोग ये गल कहंदे आ कि असी तुहाडे नाल आंगे, असी इस मोर्चे दे नाल आंगे, पर तुसी लेट क्यों किया। इन्ना सानू सिर्फ एको ही उलांभा मिलता है, वो ये कहंदे कि तुसी लेट क्यों किया। पर लेट होया, देर आए दुरुस्त आए वाली गल है। सारे लोगों का इकट्ठ है, साथ है, सारे लोग जो मोर्चे दे विच, चाहे वो किसान है, चाहे वो दुकानदार है, चाहे वो मजदूर है, चाहे वो व्यापारी है, सारे लोग इकट्ठे ने। जिस तरीके नाल मोर्चा लड़िया सी उस तरीके नाल इस चीज़ दे विच असीं सारे इकट्ठे हाँ, और यही रिस्पॉन्स है उन्हां दा। तुसीं चाहे खुद जाके पुछो कि मोर्चे प्रति तुहाडी की गल है, मोर्चे दे नाल खड़ांगे असीं। हर एक बंदा ये कहंदा मोर्चे दे नाल खड़ांगे असीं, ਤਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮੋਰਚੇ ਦੇ ਨਾਲ ਲੋਕ ਖੜਨਗੇ। ਸਾਡੇ ਕੋਲੇ ਟਾਈਮ ਦੀ ਥੋੜੀ ਜੀ ਕਮੀ ਹੈਗੀ ਤੇ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਰਿਹਾ, ਤੁਸੀਂ ਸਾਡੀ ਗੱਲ ਸਾਰਿਆਂ ਤੱਕ ਪਹੁੰਚਾਉਣੀ ਹੈਗੀ, ਹੈ ਨਾ। ਅਸੀਂ ਵਿਜ਼ਨ ਲੈ ਕੇ ਚੱਲੇ ਆ, ਅਸੀਂ ਇਕੱਲੇ ਕਿਸੇ ਨੂੰ ਨਾ ਮਤਲਬ ਕ੍ਰਿਟੀਸਾਈਜ਼ ਕਰ ਨਹੀਂ ਚੱਲਿਆ ਮੈਂ ਕਿ ਮੈਂ ਉਹਨਾਂ ਨੂੰ 4 ਬੰਦਿਆਂ ਨੂੰ ਕ੍ਰਿਟੀਸਾਈਜ਼ ਕਰਕੇ ਉਹਦੇ ਨਾਲ ਮੈਂ ਵੱਡਾ ਨਹੀਂ ਹੋ ਜਾਣਾ। ਲੋਕ ਜੀ, ਮੇਰੇ ਕੋਲੇ ਆਪਣਾ ਇੱਕ ਵਿਜ਼ਨ ਹੈ, ਮੈਂ ਕਿੱਧਰ ਨੂੰ ਲੈ ਕੇ ਜਾਣਾ, ਮੇਰੀ ਜਿਹੜਾ ਹਲਕਾ ਮੇਰੀ ਆਪਦੇ ਏਰੀਆ ਨੂੰ ਮੈਂ ਕਿਹੜੇ ਪਾਸੇ ਨੂੰ ਲੈ ਕੇ ਜਾਣਾ, ਕਿਸ ਦਿਸ਼ਾ 'ਚ ਲੈ ਕੇ ਜਾਣਾ, ਮੈਂ ਉਹ ਵਿਜ਼ਨ ਲੈ ਕੇ ਚੱਲਿਆਂਗਾ, ठीक है। तो यही सारा तमाम जड़ियाँ मेरी चीज़ां चलदियाँ रहनगियां, मैं अपनी लड़ाई जारी रखूँगा, ठीक है। तो ये थे सुखजीत बराड़, जिन्होंने साफ तौर पर कहा कि उनका एक अपना विजन है, हल्के को लेकर उनकी अपनी एक सोच है, उस सोच को लेकर वो काम कर रहे हैं, जनता के बीच में जा रहे हैं। और इसी तरीके से आप देख पा रहे हैं, जनता के बीच में इनका ये कहना है कि वो जाते हैं और इसी तरीके से कैंपेन कर रहे हैं। अब देखना ये है कि जनता इनको कितना पसंद करती है। आने वाली 20 तारीख को पता लग पाएगा कि जनता किसके पक्ष में वोट करती है। फ़िलहाल इतना ही, और किसी कैंडिडेट के साथ आपको लेकर चलेंगे और उनकी बात बताएंगे कि वो किस तरीके से कैंपेन कर रहे हैं, क्या उनके मुद्दे हैं।